Good morning, everyone. Today we will do the lesson Wishes Come True taken from supplementary book of class 9th. ਚਲੋ ਸਟਾਰਟ ਕਰਦੇ ਹਾਂ। ਸੁਬਲ ਚੰਦਰ ਦਾ ਬੇਟਾ ਹੈ, ਉਸਦਾ ਨਾਮ ਹੈ ਸੁਸ਼ੀਲ ਚੰਦਰ, ਪਰ ਉਹਨਾਂ ਦੇ ਨਾਮ ਦੇ ਮੁਤਾਬਿਕ ਉਹ ਬਿਲਕੁਲ ਉਲਟ ਸਨ। ਸੁਬਲ ਜਿਸ ਦਾ ਮਤਲਬ ਹੈ ਸਟਰੋਂਗ, ਉਹ ਬਹੁਤ ਹੀ ਵੀਕ ਸੀ, ਤੇ ਸੁਸ਼ੀਲ ਜਿਸ ਦਾ ਮਤਲਬ ਹੈ ਜੈਂਟਲ ਤੇ ਚੁੱਪ ਚੁਪੀਤਾ ਰਹਿਣਾ, ਉਹ ਓਪੋਜ਼ਿਟ ਸੀ ਆਪਣੇ ਨਾਮ ਤੋਂ। ਸੁਬਲ ਦਾ ਬੇਟਾ ਸੁਸ਼ੀਲ ਸਾਰੇ ਗਵਾਂਢੀਆਂ ਨੂੰ ਪਾਗਲ ਕਰ ਦਿੰਦਾ ਸੀ ਆਪਦੇ ਪ੍ਰੈਂਕਸ ਦੇ ਨਾਲ, ਤੇ ਜਿਸ ਕਾਰਨ ਉਸਦੇ ਪਿਤਾ ਜੀ ਉਸ ਤੋਂ ਬਹੁਤ ਦੁਖੀ ਹੁੰਦੇ ਸੀ ਤੇ ਉਸ ਨੂੰ ਪਨਿਸ਼ ਵੀ ਕਰਦੇ ਸੀ। ਅਨਫੋਰਚੂਨੇਟਲੀ ਉਸਦੇ ਪਿਤਾ ਜੀ ਨੂੰ ਗਠੀਏ ਦੀ ਪ੍ਰੋਬਲਮ ਸੀ, ਤੇ ਜਿਸ ਕਾਰਨ ਜਦੋਂ ਉਹ ਸੁਸ਼ੀਲ ਨੂੰ ਮਾਰਨ ਲੱਗਦੇ ਤਾਂ ਸੁਸ਼ੀਲ ਹਿਰਨ ਵਾਂਗ ਭੱਜ ਜਾਂਦਾ ਤੇ ਥੱਪੜ ਤੋਂ ਬਚ ਜਾਂਦਾ। ਪਰ ਕਈ ਵਾਰ ਜਦੋਂ ਉਹ ਫੜਿਆ ਜਾਂਦਾ ਫਿਰ ਉਸਦੇ ਬਹੁਤ ਹੀ ਬੁਰੀ ਮਾਰ ਪੈਂਦੀ ਸੀ। ਜਦੋਂ ਸਟਾਰਟ ਹੁੰਦੀ ਹੈ ਤਾਂ ਉਸ ਦਿਨ ਸ਼ਨੀਵਾਰ ਹੈ ਤੇ ਸਕੂਲ ਦਾ ਓਵਰ ਟਾਈਮ 2 ਵਜੇ ਦਾ ਹੈ। ਸੁਸ਼ੀਲ ਬਿਲਕੁਲ ਵੀ ਸਕੂਲ ਨਹੀਂ ਜਾਣਾ ਚਾਹੁੰਦਾ, ਇਸ ਕਰਕੇ ਤਰ੍ਹਾਂ ਦੇ ਬਹਾਨੇ ਲਗਾਉਂਦਾ ਹੈ ਕਿਉਂਕਿ ਉਸਦਾ ਅੱਜ ਭੂਗੋਲ ਦਾ ਟੈਸਟ ਹੈ, ਇਸ ਕਰਕੇ ਉਹ ਸਕੂਲ ਨਹੀਂ ਜਾਂਦਾ। ਦੂਸਰਾ, ਸ਼ਾਮ ਨੂੰ ਬੋਸਿਸ ਵਿਖੇ ਫਾਇਰਵਰਕਸ ਦਾ ਸ਼ੋਅ ਹੋਣਾ ਸੀ, ਜਿਸ ਲਈ ਸਾਰੇ ਹੀ ਬਹੁਤ ਉਤਸੁਕ ਸਨ ਤੇ ਸੁਸ਼ੀਲ ਵੀ ਉੱਥੇ ਜਾਣਾ ਚਾਹੁੰਦਾ ਸੀ। ਬੜੀ ਲੰਬੀ ਸੋਚ ਤੋਂ ਬਾਅਦ ਉਸਨੇ ਸੋਚਿਆ ਕਿ ਸਕੂਲ ਜਾਣ ਦੇ ਸਮੇਂ ਤੋਂ ਪਹਿਲਾਂ ਉਹ ਬੈੱਡ ਤੇ ਲੇਟ ਜਾਵੇ। ਜਦੋਂ ਉਸਦੇ ਪਿਤਾ ਜੀ ਆਉਂਦੇ ਹਨ, ਉਹ ਬੜੇ ਹੀ ਹੈਰਾਨ ਹੁੰਦੇ ਹਨ ਤੇ ਪੁੱਛਦੇ ਹਨ ਕਿ ਵਾਈ ਆਰ ਯੂ ਸਟਿਲ ਇਨ ਬੈੱਡ, ਆਰਨਟ ਯੂ ਗੋਇੰਗ ਟੂ ਸਕੂਲ, ਕਿ ਤੂੰ ਸਕੂਲ ਨਹੀਂ ਜਾ ਰਿਹਾ? ਆਈ ਹੈਵ ਅ ਟੈਰੀਬਲ ਸਟਮਕ ਏਕ, ਉਹ ਕਹਿੰਦਾ ਮੇਰੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੈ, ਮੈਂ ਨਹੀਂ ਜਾਵਾਂਗਾ। ਸੁਸ਼ੀਲ ਦੇ ਪਿਤਾ ਸੁਬਲ ਨੂੰ ਉਸਦੀ ਚਲਾਕੀ ਦਾ ਪਤਾ ਲੱਗ ਜਾਂਦਾ ਹੈ। ਉਹ ਆਪਣੇ ਮਨ ਵਿੱਚ ਹੀ ਸੋਚਦਾ ਹੈ ਕਿ ਮੈਂ ਇਸ ਨੂੰ ਹੁਣ ਸਬਕ ਸਿਖਾਵਾਂਗਾ। ਉਸ ਨੂੰ ਕਮਰੇ ਵਿੱਚ ਲੌਕ ਕਰਕੇ ਆਪ ਉਸ ਲਈ ਬਹੁਤ ਹੀ ਬਿਟਰ ਕਾੜਾ ਬਣਾਉਣ ਲਈ ਚਲਾ ਜਾਂਦਾ ਹੈ। ਸੁਸ਼ੀਲ ਬਹੁਤ ਦੁਵਿਧਾ ਵਿੱਚ ਫਸ ਜਾਂਦਾ ਹੈ ਕਿਉਂਕਿ ਉਹ ਬੋਸਿਸ ਜਾਣਾ ਚਾਹੁੰਦਾ ਹੈ, ਪਰ ਉਸ ਨੂੰ ਇਹ ਪਤਾ ਹੈ ਕਿ ਹੁਣ ਉਹਦੇ ਲਈ ਕੋਈ ਚਾਂਸ ਨਹੀਂ ਬਚਿਆ। ਉਸਦੇ ਪਿਤਾ ਜੀ ਹੁਣ ਰੂਮ ਵਿੱਚ ਵਾਪਸ ਆਉਂਦੇ ਹਨ। ਉਹਨਾਂ ਦੇ ਹੱਥ ਵਿੱਚ ਇੱਕ ਬਹੁਤ ਹੀ ਵੱਡਾ ਬਾਉਲ ਹੈ ਜਿਹਦੇ ਵਿੱਚ ਉਹ ਕਾੜਾ ਲੈ ਕੇ ਆਏ ਹਨ। ਸੁਸ਼ੀਲ ਫਟਾਫਟ ਬੈੱਡ ਤੇ ਬੈਠਦਾ ਹੈ, ਕਹਿੰਦਾ ਹੈ ਕਿ ਆਈ ਐਮ ਫਾਈਨ ਪਾਪਾ, ਮੇਰੇ ਪੇਟ ਵਿੱਚ ਹੁਣ ਬਿਲਕੁਲ ਵੀ ਦਰਦ ਨਹੀਂ ਹੈ ਤੇ ਮੈਂ ਸਕੂਲ ਜਾ ਰਿਹਾ ਹਾਂ। ਉਸਦੇ ਪਿਤਾ ਜੀ ਕਹਿੰਦੇ ਹਨ, ਸੁਬਲ ਕਹਿੰਦਾ ਹੈ ਕਿ ਯੂ ਆਰ ਨਾਟ ਗੋਇੰਗ ਆਊਟ ਐਨੀਵੇਅਰ, ਤੂੰ ਅੱਜ ਕਿਤੇ ਨਹੀਂ ਜਾਏਗਾ, ਡਰਿੰਕ ਦਿਸ ਐਂਡ ਲਾਈ ਹੇਅਰ ਕੁਆਇਟਲੀ, ਚੁੱਪ ਕਰਕੇ ਸਾਰਾ ਦਿਨ ਇੱਥੇ ਰੈਸਟ ਕਰੇਗਾ। ਸੁਬਲ ਸੁਸ਼ੀਲ ਨੂੰ ਪੂਰਾ ਫੋਰਸ ਕਰਦਾ ਹੈ ਕਿ ਉਹ ਕਾੜਾ ਪੀਵੇ। ਕਾੜਾ ਪਿਲਾਉਣ ਤੋਂ ਬਾਅਦ ਉਸ ਨੂੰ ਫਿਰ ਦੁਬਾਰਾ ਕਮਰੇ ਵਿੱਚ ਲੌਕ ਕਰ ਦਿੰਦਾ ਹੈ ਤੇ ਆਪ ਉੱਥੋਂ ਚਲਾ ਜਾਂਦਾ ਹੈ। ਸੁਸ਼ੀਲ ਸਾਰਾ ਦਿਨ ਬਹੁਤ ਰੋਂਦਾ ਹੈ ਤੇ ਕਹਿੰਦਾ ਹੈ ਕਿ ਕਾਸ਼ ਕੋਈ ਅਜਿਹਾ ਦਿਨ ਆਵੇ ਕਿ ਮੈਂ ਆਪਣੇ ਪਿਤਾ ਜਿਹੇ ਓਲਡ ਹੋ ਜਾਵਾਂ ਤਾਂ ਕਿ ਮੈਂ ਜੋ ਮਰਜ਼ੀ ਕਰਨਾ ਚਾਹਾਂ ਮੈਂ ਕਰ ਸਕਦਾ ਹਾਂ ਤੇ ਮੈਨੂੰ ਕਮਰੇ ਦੇ ਵਿੱਚ ਕੋਈ ਲੌਕ ਨਹੀਂ ਕਰ ਸਕੇਗਾ। ਸੁਬਲ ਵੀ ਬਾਹਰ ਬੈਠਾ ਹੀ ਸੋਚਦਾ ਹੈ ਕਿ ਜੇਕਰ ਉਸਦੇ ਪਿਤਾ ਜੀ ਮਾਤਾ ਜੀ ਨੇ ਇੰਨਾ ਪੈਂਪਰ ਨਾ ਕੀਤਾ ਹੁੰਦਾ ਤਾਂ ਕੀ ਪਤਾ ਉਹ ਵੀ ਅੱਜ ਬਹੁਤ ਵੱਧ ਜਾਂਦਾ। ਪਰ ਹੁਣ ਉਹ ਚਾਹੁੰਦਾ ਹੈ ਕਿ ਹੋ ਸਕੇ ਤਾਂ ਮੈਂ ਦੁਬਾਰਾ ਬੱਚਾ ਬਣਨਾ ਚਾਹੁੰਦਾ ਹਾਂ ਤਾਂ ਕਿ ਮੈਂ ਕੋਈ ਵੀ ਮਿੰਟ ਫਿਰ ਵੇਸਟ ਨਹੀਂ ਕਰੂੰਗਾ ਤੇ ਸਾਰਾ ਦਿਨ ਬਹੁਤ ਹੀ ਪੜੂੰਗਾ। ਇਹ ਸੁਣਦਿਆਂ ਹੀ ਉੱਥੇ ਲੇਡੀ ਆਫ ਵਿਸ਼ੇਸ ਆਉਂਦੀ ਹੈ, ਗੋਡੈਸ ਹੂ ਗ੍ਰਾਂਟਸ ਵਿਸ਼ੇਸ, ਉਹ ਜੋ ਕਿ ਵਿਸ਼ੇਸ ਨੂੰ ਗ੍ਰਾਂਟ ਕਰਦੀ ਹੈ। ਦੋਨਾਂ ਦੀ ਵਿਸ਼ ਸੁਣਦੀ ਹੈ ਤੇ ਸੁਸ਼ੀਲ ਤੇ ਸੁਬਲ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਤੁਹਾਡੀਆਂ ਵਿਸ਼ੇਸ ਪ੍ਰਦਾਨ ਕਰਦੀ ਹਾਂ। ਸੁਬਲ ਦੇ ਸਾਹਮਣੇ ਲੇਡੀ ਆਫ ਵਿਸ਼ੇਸ ਕਹਿੰਦੀ ਹੈ ਕਿ ਸੁਬਾ ਕੱਲ ਜਦੋਂ ਹੋਵੇਗੀ ਤੂੰ ਆਪਣੇ ਪੁੱਤਰ ਵਾਂਗ ਯੰਗ ਹੋਵੇਂਗਾ, ਤੇ ਸੁਸ਼ੀਲ ਨੂੰ ਕਹਿੰਦੀ ਹੈ ਕਿ ਕੱਲ ਸੁਬਾ ਤੂੰ ਆਪਣੇ ਫਾਦਰ ਵਾਂਗ ਓਲਡ ਹੋ ਜਾਵੇਂਗਾ। ਬੋਥ ਫਾਦਰ ਐਂਡ ਸਨ ਵਾਸ ਡਿਲਾਈਟਡ, ਦੋਨੋਂ ਬੜੇ ਖੁਸ਼ ਹੁੰਦੇ ਹਨ। ਯੂਜੂਅਲੀ old Subal could never get any sleep in the early part of the night but fell in deep sleep towards dawn and slept late. ਅਕਸਰ ਇਹ ਹੁੰਦਾ ਸੀ ਕਿ ਸੁਬਲ ਨੂੰ ਛੇਤੀ ਨੀਂਦ ਨਹੀਂ ਸੀ ਆਉਂਦੀ, ਉਹ ਬਹੁਤ ਲੇਟ ਸੌਂਦਾ ਸੀ, ਪਰ ਉਸ ਦਿਨ ਇਹ ਨਹੀਂ ਹੋਇਆ। ਜਿਵੇਂ ਹੀ ਸੂਰਜ ਆਇਆ, he jumped out of his bed and discovered that he had grown quite small, ਕਿ ਉਹਨੇ ਦੇਖਿਆ ਕਿ ਹੁਣ ਉਹ ਬਹੁਤ ਛੋਟਾ ਹੋ ਚੁੱਕਿਆ ਹੈ। ਤੇ ਦੂਸਰੇ ਪਾਸੇ ਸੁਸ਼ੀਲ ਚੰਦਰ ਆਰਾਮ ਨਾਲ ਜੋ ਉੱਠ ਜਾਂਦਾ ਸੀ, ਅੱਜ ਉਸ ਨੂੰ ਅੱਖਾਂ ਹੀ ਨਹੀਂ ਖੁੱਲ੍ਹ ਪਾ ਰਹੀਆਂ। ਕਿਉਂਕਿ ਉਹ ਹੁਣ ਓਲਡ ਬਣ ਚੁੱਕਿਆ ਹੈ, ਬੇਟਾ ਹੈ ਜੋ ਫਾਦਰ ਬਣ ਚੁੱਕਿਆ ਹੈ।
he was hardly opening his eyes. When finally he succeeded in shaking off his sleep, ਜਦੋਂ ਉਹ ਨੀਂਦ ਤੋਂ ਉੱਠਦਾ ਹੈ, ਦੇਖਦਾ ਹੈ ਕਿ ਉਸਦੇ ਪਿਤਾ ਨੇ ਬਾਹਰ ਹੱਲਾ ਮਚਾ ਰੱਖਿਆ ਹੈ। Sushil woke up to find that his clothes were bursting at the seams. His body has become strangely bloated. ਸੁਸ਼ੀਲ ਜਦੋਂ ਉੱਠਿਆ ਉਹਨੇ ਦੇਖਿਆ ਉਸਦੇ ਕੱਪੜੇ ਫਟ ਚੁੱਕੇ ਹਨ ਅਤੇ ਉਸਦੀ ਬਾਡੀ ਬਿਗ ਹੋ ਚੁੱਕੀ ਹੈ। Both father and son got exactly what they wished, but they do not know about the complications they are going to face. ਦੋਨੋਂ ਜੋ ਚਾਹੁੰਦੇ ਸਨ ਉਹਨਾਂ ਨੂੰ ਉਹ ਮਿਲ ਜਾਂਦਾ ਹੈ, ਪਰ ਦੋਨੋਂ ਅਨਅਵੇਅਰ ਸੀ ਉਹਨਾਂ ਕੰਪਲਿਕੇਸ਼ਨਸ ਤੋਂ ਜੋ ਆਉਣ ਵਾਲੀਆਂ ਸਨ। ਸੁਸ਼ੀਲ ਹਮੇਸ਼ਾ ਸੋਚਦਾ ਸੀ ਕਿ ਜਦੋਂ ਉਹ ਆਪਣੇ ਪਿਤਾ ਜਿੰਨਾ ਵੱਡਾ ਹੋ ਜਾਵੇਗਾ ਤਾਂ ਉਹ ਇੰਡੀਪੈਂਡੈਂਟ ਹੋਵੇਗਾ ਤੇ ਆਪਣੀ ਡਿਸੀਜ਼ਨ ਆਪ ਲਵੇਗਾ। ਤੇ ਦੂਸਰੇ ਪਾਸੇ ਕੀ ਹੋਵੇਗਾ, he would spend his entire time climbing trees, swimming in the pond, eating raw mangoes, looking for birds' nest and roaming with the friends. ਪੇੜਾਂ ਤੇ ਚੜ੍ਹੇਗਾ, ਪੌਂਡ ਦੇ ਵਿੱਚ ਸਵਿਮਿੰਗ ਕਰੇਗਾ, ਕੱਚੇ ਮੈਂਗੋਸ ਖਾਏਗਾ, ਬਰਡਸ ਦੇ ਨੈਸਟ ਨੂੰ ਲੱਭੇਗਾ ਤੇ ਆਪਣੇ ਫਰੈਂਡਸ ਦੇ ਨਾਲ ਸਾਰਾ ਦਿਨ ਘੁੰਮੇਗਾ। ਉਸ ਸਵੇਰੇ ਜਦੋਂ ਉਹ ਉੱਠਦਾ ਹੈ ਉਸਦੇ ਮਨ ਵਿੱਚ ਕੋਈ ਅਰਜ ਨਹੀਂ ਹੁੰਦੀ, ਕੋਈ ਇੱਛਾ ਨਹੀਂ ਹੁੰਦੀ ਕਿ ਉਹ ਟਰੀਜ਼ ਤੇ ਕਲਾਈਮ ਕਰੇ। ਉਸਦੇ ਵਿੱਚ ਤਾਕਤ ਵੀ ਨਹੀਂ ਹੁੰਦੀ। He looked at the pond covered with water hyacinths and felt quite certain that he would run a temperature if he dared to take a dip in it. ਪੌਂਡ ਵੱਲ ਦੇਖਦਾ ਹੈ, ਵਾਟਰ ਹਾਈਸਿੰਥਸ ਉੱਥੋਂ ਦੇ ਪੌਦਿਆਂ ਨੂੰ ਦੇਖਦਾ ਹੈ। ਉਸਦੇ ਮਨ ਵਿੱਚ ਇਹ ਆਉਂਦਾ ਹੈ ਕਿ ਅਗਰ ਉਹ ਪੌਂਡ ਦੇ ਵਿੱਚ ਨਹਾਏਗਾ ਤਾਂ ਉਸਨੂੰ ਬੁਖਾਰ ਹੋ ਜਾਵੇਗਾ। ਫਾਈਨਲੀ ਉਹ ਖੜਾ ਹੁੰਦਾ ਹੈ ਤੇ ਦੁਬਾਰਾ ਪ੍ਰੈਂਕਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਉੱਥੇ ਓਲਿਵ ਟਰੀ ਨੂੰ ਲੱਭ ਕੇ ਕਈ ਸਾਰੇ ਅਟੈਂਪਟਸ ਕਰਦਾ ਹੈ ਕਿ ਉਸ ਦੇ ਉੱਪਰ ਚੜ੍ਹੇ, ਪਰ ਹੁਣ ਬੁੜੇ ਹੋਣ ਕਰਕੇ ਉਸ ਦੇ ਉੱਪਰ ਉਸ ਤੋਂ ਨਹੀਂ ਚੜ੍ਹਿਆ ਜਾਂਦਾ। ਹੀ ਕੁਡ ਨਾਟ ਕਲਾਈਮ ਦਾ ਟਰੀ। ਇਹੀ ਗੱਲ ਸੀ ਕਿ ਬੜੇ ਹੀ ਐਫਰਟਲੈਸਲੀ ਉਹ ਕਿਵੇਂ ਪੇੜਾਂ ਉੱਤੇ ਗਲੈਰੀ ਵਾਂਗ ਚੜ੍ਹ ਜਾਂਦਾ ਸੀ, ਪਰ ਅੱਜ ਜਦੋਂ ਉਹ ਚੜ੍ਹਿਆ ਇੱਕ ਲੋਅਰ ਬ੍ਰਾਂਚ ਤੇ, ਉਹ ਬ੍ਰਾਂਚ ਹੀ ਦੋ ਹਿੱਸਿਆਂ ਵਿੱਚ ਟੁੱਟ ਗਈ ਕਿਉਂਕਿ ਉਸ ਦਾ ਵੇਟ ਵੀ ਬਹੁਤ ਜ਼ਿਆਦਾ ਹੋ ਚੁੱਕਾ ਸੀ ਤੇ ਜ਼ਮੀਨ ਤੇ ਸਿੱਧਾ ਡਿੱਗ ਜਾਂਦਾ ਹੈ। ਉੱਥੋਂ ਲੰਘਦੇ ਲੋਕ ਦੇਖਦੇ ਹਨ ਕਿ ਕਿਵੇਂ ਓਲਡ ਮੈਨ ਇੰਨੀ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹੈ ਟਰੀ ਤੇ ਚੜ੍ਹਨ ਦੀ ਤੇ ਹੱਸਣ ਲੱਗਦੇ ਹਨ ਉਸਨੂੰ ਦੇਖ ਕੇ। ਪੂਅਰ ਸੁਸ਼ੀਲ ਵਾਪਸ ਘਰੇ ਚਲਾ ਜਾਂਦਾ ਹੈ, ਵਰਾਂਡਾ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ। ਸੁਸ਼ੀਲ ਦੇ ਦੋਸਤ ਫਿਰ ਉਸ ਕੋਲ ਆਉਂਦੇ ਹਨ ਤੇ ਦੇਖ ਕੇ ਬਹੁਤ ਹੀ ਹੱਸਣ ਲੱਗਦੇ ਹਨ ਕਿਉਂਕਿ ਉਹਨਾਂ ਦਾ ਦੋਸਤ ਹੁਣ ਇੱਕ ਓਲਡ ਮੈਨ ਹੋ ਚੁੱਕਿਆ ਹੈ। ਦੇ ਹੈਡ ਨੋ ਆਈਡੀਆ ਦੈਟ ਇਟ ਵਾਸ ਸੁਸ਼ੀਲ ਹਿਮਸੈਲਫ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਸੁਸ਼ੀਲ ਹੀ ਹੈ। ਸੁਸ਼ੀਲ ਦੇ ਮਨ ਵਿੱਚ ਆਉਂਦੀ ਹੈ ਕਿ ਇੱਕ ਵਾਰ ਉਸਨੇ ਸੋਚਿਆ ਸੀ ਕਿ ਅਗਰ ਮੈਂ ਦੁਬਾਰਾ ਬੱਚਾ ਬਣ ਜਾਵਾਂ ਤਾਂ ਮੈਂ ਸਾਰਾ ਦਿਨ ਪੜ੍ਹਾਂਗਾ, ਸਾਰਾ ਦਿਨ ਬੁੱਕਸ ਦੇ ਵਿੱਚ ਰਹਾਂਗਾ, ਪਰ ਅੱਜ ਉਹ ਦਿਨ ਆ ਚੁੱਕਾ ਹੈ ਕਿ ਉਹ ਬੱਚਾ ਬਣ ਚੁੱਕਾ ਹੈ, ਪਰ ਫਿਰ ਵੀ ਉਹ ਪੜ੍ਹਨਾ ਨਹੀਂ ਚਾਹੁੰਦਾ। ਸੁਸ਼ੀਲ ਜੋ ਹੁਣ ਫਾਦਰ ਬਣ ਚੁੱਕਾ ਹੈ ਆਪਣੇ ਬੱਚੇ ਸੁਬਲ ਨੂੰ ਪੁੱਛਦਾ ਹੈ ਕਿ ਕੀ ਤੂੰ ਸਕੂਲ ਨਹੀਂ ਜਾ ਰਿਹਾ, ਤੇ ਸੁਬਲ ਉਸਨੂੰ ਬਹਾਨਾ ਮਾਰਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਸਟਮਕ ਏਕ ਹੈ, ਮੇਰੇ ਪੇਟ ਵਿੱਚ ਦਰਦ ਹੈ। ਸੁਬਲ ਲੁੱਕ ਡਾਊਨ ਐਂਡ ਸਕ੍ਰੈਚ ਹਿਜ਼ ਹੈਡ ਐਂਡ ਸੈਡ ਆਈ ਕਾਂਟ, ਆਈ ਹੈਵ ਗॉट ਅ ਸਟਮਕ ਏਕ। ਸਟਮਕ ਏਕ, ਮਾਈ ਫੁੱਟ, said Sushil angrily. I know your trick. Don't try your tricks on me. I also get this ache when I don't want to go to school. So don't try to fool me. I know all about it. Sushil forced his young father to go to school. ਈਵਨਿੰਗ ਦੇ ਵਿੱਚ ਜਦੋਂ ਸੁਬਲ ਵਾਪਸ ਆਉਂਦਾ ਹੈ ਤਾਂ ਉਸ ਸਮੇਂ ਓਲਡ ਸੁਸ਼ੀਲ ਦੇ ਰਮਾਇਣ ਪੜ੍ਹਨ ਦਾ ਟਾਈਮ ਸੀ, ਪਰ ਸੁਬਲ ਦੀ ਸ਼ਰਾਰਤਾਂ ਤੇ ਉਸਦੀ ਉੱਚੀ ਆਵਾਜ਼ ਕਾਰਨ ਸੁਸ਼ੀਲ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ। ਇਸ ਕਰਕੇ ਉਹ ਸੁਬਲ ਨੂੰ ਆਪਣੇ ਕੋਲ ਬਿਠਾਉਂਦਾ ਹੈ ਤੇ ਕਹਿੰਦਾ ਹੈ ਕਿ ਉਹ ਉੱਥੇ ਸਮਸ ਕਰੇ, ਪਰ ਸੁਬਲ ਸਮਸ ਨਹੀਂ ਕਰਨਾ ਚਾਹੁੰਦਾ। He selected such tough and complicated problems that it took his young father more than an hour to solve just one of them. Old Sushil young ਸੁਬਲ ਲਈ ਬਹੁਤ ਹੀ ਔਖੇ ਸਵਾਲ ਉਸਨੂੰ ਕਰਨ ਲਈ ਦਿੰਦਾ ਹੈ ਤਾਂ ਜੋ ਉਸਦਾ ਟਾਈਮ ਬਹੁਤ ਜ਼ਿਆਦਾ ਲੱਗੇ। ਓਲਡ ਸੁਸ਼ੀਲ ਵਾਜ਼ ਵੈਰੀ ਪਰਟੀਕੂਲਰ ਅਬਾਊਟ ਫੂਡ। ਉਹ ਬਹੁਤ ਧਿਆਨ ਨਾਲ ਖਾਣਾ ਖਾ ਰਿਹਾ ਸੀ ਕਿਉਂਕਿ ਉਸਨੂੰ ਯਾਦ ਸੀ ਕਿ ਉਸਦੇ ਪਿਤਾ ਜਦੋਂ ਵੱਡੇ ਸਨ ਤਾਂ ਉਹਨਾਂ ਨੂੰ ਬਹੁਤ ਹੀ ਡਾਈਜੈਸਟਿਵ ਪ੍ਰੋਬਲਮਸ ਸੀ। ਇਸ ਕਰਕੇ ਦ ਸਲਾਈਟੈਸਟ ਓਵਰ ਈਟਿੰਗ ਵੁੱਡ ਬ੍ਰਿੰਗ ਔਨ ਅਟੈਕ ਆਫ ਐਸਿਡਿਟੀ। Sushil remembered it very well and stopped his young father from eating to fill. But on the other hand,
ਯੰਗ ਸੁਬਲ ਵਾਸ ਸੋ ਹੰਗਰੀ, ਉਹ ਇੰਨਾ ਜ਼ਿਆਦਾ ਭੁੱਖਾ ਸੀ, ਉਸਨੂੰ ਲੱਗਦਾ ਸੀ ਕਿ ਜੇ ਉਸਨੂੰ ਪੀਸ ਆਫ ਸਟੋਨ ਵੀ ਦੇ ਦਿੱਤਾ ਜਾਵੇ ਉਹ ਵੀ ਡਾਈਜੈਸਟ ਕਰ ਲਵੇਗਾ। ਹਾਊਐਵਰ ਸੁਸ਼ੀਲ ਜਸਟ ਵੁੱਡ ਨਾਟ ਅਲਾਉ ਹਿਮ to eat normally, and Subal remained hungry. Now old Sushil was losing his weight, he was growing thin. He was afraid that he would fall ill, so he is in the habit of eating medicines now. Old Sushil ਦੀਆਂ ਵੀ ਆਪਣੀਆਂ ਪ੍ਰੋਬਲਮ ਸੀ, ਦੋਨੋਂ ਇਹ ਸਮਝ ਚੁੱਕੇ ਸੀ ਕਿ ਇੱਕ ਦੂਜੇ ਦੀ ਲਾਈਫ ਅਸੀਂ ਨਹੀਂ ਜਿਉ ਸਕਦੇ। Earlier he had been so fond of plays that whenever he heard of one being performed, he would land up there. But when he tried to do the same, now he fell sick. ਜਦੋਂ ਉਹ ਪਹਿਲਾਂ ਖੇਡਣਾ ਚਾਹੁੰਦਾ ਸੀ ਤਾਂ ਉਹ ਖੇਡ ਲੈਂਦਾ ਸੀ, ਪਰ ਅੱਜ ਉਹ ਖੇਡ ਵੀ ਨਹੀਂ ਸਕਦਾ, ਨਾ ਉਹ ਡਿਪ ਕਰ ਸਕਦਾ ਸੀ ਪੌਂਡ ਦੇ ਵਿੱਚ। ਜਦੋਂ ਹੁਣ ਉਹ ਇਹਨਾਂ ਚੀਜ਼ਾਂ ਨੂੰ ਟਰਾਈ ਕਰਦਾ ਹੈ, ਉਸ ਦਾ ਗਠੀਆ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਸ ਨੂੰ 6 ਮਹੀਨੇ ਡਾਕਟਰ ਕੋਲ ਜਾਣਾ ਪੈਂਦਾ ਹੈ। ਇਸ ਕਰਕੇ ਹੁਣ ਉਹ ਆਪਣੀ ਲਾਈਫ ਬਿਲਕੁਲ ਵੀ ਇੰਜੋਏ ਨਹੀਂ ਕਰ ਸਕਦਾ। ਉਸ ਨੂੰ ਨਹਾਉਣ ਲਈ ਵੀ ਆਲਟਰਨੇਟਿਵ ਡੇਜ਼ ਦੇ ਵਿੱਚ ਨਹਾਉਂਦਾ ਹੈ। ਪਹਿਲਾਂ ਠੰਡੇ ਪਾਣੀ ਜਾਂ ਪੌਂਡ ਦੇ ਵਿੱਚ ਨਹਾ ਲੈਂਦਾ ਸੀ, ਹੁਣ ਵਾਰਮ ਵਾਟਰ ਨਾਲ ਨਹਾਉਂਦਾ ਹੈ, ਅਤੇ ਸੁਬਲ ਨੂੰ ਵੀ ਪੌਂਡ ਦੇ ਵਿੱਚ ਨਹਾਉਣ ਤੋਂ ਮਨਾ ਕਰਦਾ ਹੈ। ਕਈ ਵਾਰ ਉਹ ਇਹ ਭੁੱਲ ਜਾਂਦਾ ਹੈ ਕਿ ਉਹ ਹੁਣ ਬਹੁਤ ਓਲਡ ਹੋ ਚੁੱਕਿਆ ਹੈ ਅਤੇ ਉਸਨੂੰ ਨੋਟੀ ਟ੍ਰਿਕਸ ਸ਼ੋਭਾ ਨਹੀਂ ਦਿੰਦੀਆਂ, ਜਿਵੇਂ ਕਿ ਉਹ ਓਲਡ ਆਂਟ ਆਨੰਦੀ ਦੀ ਪਿਕਚਰ 'ਤੇ ਪੈਬਲ ਸੁੱਟਦਾ ਹੈ ਅਤੇ ਸਾਰੇ ਹੀ ਨੇਬਰਸ ਉਹਦੇ 'ਤੇ ਚਾਈਲਡਿਸ਼ ਬਿਹੇਵੀਅਰ 'ਤੇ ਹੱਸਦੇ ਹਨ। ਉਹ ਦੇਖਦੇ ਹਨ ਕਿ ਕਿਵੇਂ ਉਹ ਉਹਨਾਂ ਦੇ ਪਿਕਚਰ 'ਤੇ ਪੈਬਲ ਸੁੱਟ ਰਿਹਾ ਹੈ ਅਤੇ ਕਿਵੇਂ ਬੱਚਿਆਂ ਵਾਲੀ ਹਰਕਤਾਂ ਕਰ ਰਿਹਾ ਹੈ। ਸਾਰੇ ਨੇਬਰਸ ਦੇਖ ਕੇ ਬੜੇ ਹੈਰਾਨ ਹੁੰਦੇ ਹਨ ਕਿ ਇੱਕ ਓਲਡ ਮੈਨ ਹਾਊ ਹੀ ਇਜ਼ ਬਿਹੇਵਿੰਗ ਲਾਈਕ ਅ ਸਮਾਲ ਚਾਈਲਡ। ਸੁਬਲ ਟੂ ਫੋਰਗੋਟ ਐਟ ਟਾਈਮਸ ਦੈਟ ਹੀ ਵਾਜ਼ no longer old. He would go and join the gathering of old people and comment on their discussions. Needless to say, it would annoy them. They would box his ears, scold him for being precocious, and tell him to go away. Forgetting that he did not look any longer old, he would ask his tutor for a puff of tobacco. ਭੁੱਲ ਜਾਂਦਾ ਸੀ ਕਿ ਉਹ ਹੁਣ ਵੱਡੇ ਆਦਮੀ ਵਾਂਗੂ ਨਹੀਂ ਦਿਖਦਾ, ਉਹ ਇਹ ਬੱਚਾ ਹੈ ਅਤੇ ਉਹ ਟੋਬੈਕੋ ਮੰਗਦਾ ਤਾਂ ਉਸ ਦਾ ਟਿਊਟਰ ਉਸਨੂੰ ਬਹੁਤ ਡਾਂਟਦਾ, ਉਸ 'ਤੇ ਮਾਰ ਪੈਂਦੀ ਅਤੇ ਐਜ਼ ਅ ਪਨਿਸ਼ਮੈਂਟ ਉਸਨੂੰ ਵਨ ਲੈਗ 'ਤੇ ਖੜਾ ਵੀ ਕਰਦਾ। Sometimes he would go and smack Sushil as before. ਚਪਟ ਲਗਾਣੀ, smack means, ਤੇ ਜਾ ਕੇ ਉਹ ਸੁਸ਼ੀਲ ਨੂੰ ਚਪਟ ਵੀ ਲਗਾਉਂਦਾ, ਜਿਹਨੂੰ ਦੇਖ ਕੇ ਐਲਡਰਲੀ ਸੁਸ਼ੀਲ ਬਹੁਤ ਗੁੱਸੇ ਵਿੱਚ ਆ ਜਾਂਦਾ ਅਤੇ ਉਹ ਕਹਿੰਦਾ ਕਿ ਕੀ ਇਹ ਮੈਨਰਸ ਹੈ ਜੋ ਤੁਹਾਨੂੰ ਸਕੂਲ ਵਿੱਚ ਸਿਖਾਏ ਜਾਂਦੇ ਹੈ, ਤੇਰੀ ਹਿੰਮਤ ਕਿਵੇਂ ਹੋਈ, ਹਾਊ ਡੇਅਰ ਯੂ। ਇਹ ਸਭ ਦੇਖ ਕੇ ਨੇਬਰਸ ਵੀ ਫਾਦਰ ਦਾ ਹੀ ਸਾਥ ਦਿੰਦੇ ਹਨ, ਕਈ ਵਾਰ ਉਸਨੂੰ ਕੁੱਟਦੇ ਵੀ ਹਨ। Enough was, after all, enough. Subal now prayed with all heart that he might regain his lost age and independence. ਸੁਬਲ ਪ੍ਰੇ ਕਰਦਾ ਹੈ ਕਿ ਮੈਨੂੰ ਵਾਪਸ ਮੇਰੀ ਜ਼ਿੰਦਗੀ ਚਾਹੀਦੀ ਹੈ, ਵਾਪਸ ਮੇਰੀ ਏਜ ਚਾਹੀਦੀ ਹੈ। ਸੁਸ਼ੀਲ too prayed earnestly that he might become young once again and play around with his friend the way he used to. ਸੁਬਲ ਤੇ ਸੁਸ਼ੀਲ ਆਪਣੀਆਂ ਲਾਈਫਸ ਨੂੰ ਵਾਪਸ ਮੰਗਦੇ ਹਨ ਅਤੇ ਉਦੋਂ ਹੀ ਲੇਡੀ ਆਫ ਵਿਸ਼ੇਜ਼ ਦੁਬਾਰਾ ਪ੍ਰਗਟ ਹੁੰਦੀ ਹੈ। ਲੇਡੀ ਆਫ ਵਿਸ਼ੇਜ਼ ਦੋਨਾਂ ਨੂੰ ਦੁਬਾਰਾ ਉਹਨਾਂ ਦੀਆਂ ਵਿਸ਼ੇਜ਼ ਗ੍ਰਾਂਟ ਕਰਦੀ ਹੈ। ਸੁਸ਼ੀਲ ਆਪਣੀ ਲਾਈਫ ਨੂੰ ਦੁਬਾਰਾ ਵਾਪਸ ਲੈਂਦਾ ਹੈ ਅਤੇ ਸੁਬਲ ਵੀ ਫਾਦਰ ਦੀ ਇਮੇਜ ਦੇ ਵਿੱਚ ਵਾਪਸ ਆਉਣ ਲਈ ਕਹਿੰਦਾ ਹੈ। ਲੇਡੀ ਆਫ ਵਿਸ਼ੇਜ਼ ਪੁੱਛਦੀ ਹੈ ਕਿ ਕੀ ਤੁਸੀਂ ਸੈਟਿਸਫਾਈਡ ਹੋ। ਦੋਨੋਂ ਕਹਿੰਦੇ ਹਨ ਕਿ ਹਾਂਜੀ ਅਸੀਂ ਸੈਟਿਸਫਾਈਡ ਹਾਂ, ਪਰ ਪਲੀਜ਼ ਚੇਂਜ ਅਸ ਬੈਕ ਟੂ ਵਟ ਵੀ ਯੂਜ਼ ਟੂ ਬੀ ਵੰਸ ਅਗੇਨ। ਲੇਡੀ ਆਫ ਵਿਸ਼ੇਜ਼ ਕਹਿੰਦੀ ਹੈ ਕਿ ਜਦੋਂ ਤੁਸੀਂ ਸੁਬਾਹ ਉੱਠੋਗੇ ਤੁਸੀਂ ਦੁਬਾਰਾ ਦੋਨੋਂ ਉਵੇਂ ਹੀ ਬਣ ਜਾਓਗੇ। ਸੋ ਦਿਸ ਵਾਜ਼ ਦਾ ਚੈਪਟਰ ਵਿਸ਼ੇਜ਼ ਕਮ ਟਰੂ. And this is a mind map in which we are told that story displays the theme of being happy and satisfied with whatever you have in life. Subal and his son Sushil interchange their roles. This strange wish is fulfilled by the goddess of wishes. Sushil wished to be independent as his father, while Subal wanted to be a child like his son so that he could study. Both were frustrated with their new roles and decided to embrace back their true identities. They prayed to the goddess of desires and wishes to bless them back with their original self.
Finally, they learned a lesson of life to be always happy with whatever they have got. That's all with the chapter. Keep subscribing and getting the updates. Thank you.